आओ सुनिए प्रोफैसर प्यारा सिंह पदम द्वारा लिखी हुई वार्तक रचना महाकवि कालिदास। कोई हिंदुस्तान का कलाकार सियाणा आख गया है, लोग जिस जोबनवंती सुंदरी ਨੂੰ कविता ਦੇ ਨਾਂ ਨਾਲ ਸੱਦਦੇ ਆ ਰਹੇ ਹਨ, ਉਹ ਕਾਲੀਦਾਸ ਦੀ ਪ੍ਰੀਤਮਾ ਸੀ। ਉਹ ਆਪਣੇ ਸਵੰਬਰ ਸਮੇਂ ਕਾਲੀਦਾਸ ਤੋਂ ਵਧੇਕ ਸੁੰਦਰ ਵਰ ਹੋਰ ਲੱਭ ਹੀ ਨਹੀਂ ਸਕੀ। ਕਾਲੀਦਾਸ ਤੇ ਕਵਿਤਾ ਦੀ ਬਹੁਤ ਸੁੰਦਰ ਜੋੜੀ ਬਣੀ, ਐਸੀ ਪ੍ਰੇਮ ਭਰੀ ਮਨੋਹਰ ਜੋੜੀ ਕਿ ਦੋਵੇਂ ਅਮਰ ਹੋ ਗਏ। ਇੱਕ ਰਸੀਕ ਦਿਲਾਂ ਦੇ ਰਾਜਾ ਤੇ ਰਾਣੀ ਸਨ। ਇਹਨਾਂ ਦੀ ਸਲਤਨਤ ਸਦਾ ਸਾਹਿਤਕ ਹਿਰਦਿਆਂ ਤੇ ਕਾਇਮ ਰਹੇਗੀ। ਕਾਲੀਦਾਸ ਆਪਣੇ ਸਮੇਂ ਦਾ ਰਾਜਾ ਵਿਕਰਮਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ। ਅਸੀਂ ਉਸ ਸ਼ਹਿਨਸ਼ਾਹ ਬਾਰੇ ਕੁਝ ਨਹੀਂ ਜਾਣਦੇ ਕਿ ਉਹ ਕਿੱਥੋਂ ਤੇ ਕਦੋਂ ਜੰਮਿਆ, ਕਿੱਥੇ ਉਸ ਦੀ ਬਚਪਨ ਦੀ ਖੇਡ ਖੇਡੀ, ਕਿਵੇਂ ਕਿਸ ਆਸ਼ਰਮ ਵਿੱਚ ਉਸਨੇ ਵਿੱਦਿਆ ਪੜ੍ਹੀ, ਜ਼ਿੰਦਗੀ ਦੇ ਕੀ ਉਤਾਰ ਚੜ੍ਹਾਅ ਉਸ ਤੱਕੇ, ਉਸਦੇ ਜੀਵਨ ਦਾ ਪਿਛੋਕੜ ਕੀ ਸੀ, ਉਸਦੇ ਮਾਪਿਆਂ ਦਾ ਕੀ ਨਾਂ ਸੀ, ਉਸਦਾ ਕਿਹੜਾ ਖਾਨਦਾਨ ਸੀ, ਸਾਨੂੰ ਕੁਝ ਨਹੀਂ ਪਤਾ। ਇਸ ਸਭ ਕੁਝ ਨਾ ਜਾਣਨ ਦੇ ਬਾਵਜੂਦ ਅਸੀਂ ਇਹ ਜਾਣਦੇ ਹਾਂ ਕਿ ਕਵਿਤਾ ਉਸ ਸ਼ਹਿਨਸ਼ਾਹ ਦੀ ਮਲਕਾ ਸੀ। ਉਹ ਮਲਕਾ ਆਖਦੀ ਹੈ, ਉਸਦੀ ਹੋਂਦ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਜਿਤਨਾ ਚਿਰ ਮੈਂ ਸੰਸਾਰ 'ਤੇ ਜਿਉਂਦੀ ਹਾਂ, ਅਸੀਂ ਦੋਵੇਂ ਅਮਰ ਹਾਂ। ਕਿਤਨੀ ਅਜੀਬ ਘਟਨਾ ਹੈ ਕਿ ਇੱਕ ਅਬਲਾ ਸਦੀਆਂ ਤੋਂ ਮੋਏ ਪੁਰਸ਼ ਨੂੰ ਜਿਉਂਦਾ ਰੱਖੀ ਆ ਰਹੀ ਹੈ। ਨਾਰੀ ਦੀ ਕਰਾਮਾਤ। ਕਵਿਤਾ ਆਪਣੇ ਪ੍ਰੀਤਮ ਕਾਲੀਦਾਸ ਬਾਰੇ ਜੋ ਕੁਝ ਦੱਸਦੀ ਹੈ, ਉਹ ਤੇ ਦੱਸਦੀ ਹੀ ਹੈ। ਹੁਣ ਲੋਕ ਹੋਰ ਪੜਤਾਲਾਂ ਕਰਕੇ ਉਸ ਬਾਰੇ ਨਾ ਜਾਣੀਆਂ ਗੱਲਾਂ ਨੂੰ ਵੀ ਜਾਣਨਾ ਚਾਹੁੰਦੇ ਹਨ। ਉਹ ਅਨੁਮਾਨ ਲਾ ਕੇ ਦੱਸਦੇ ਹਨ ਕਿ ਕਾਲੀਦਾਸ ਹਿੰਦੁਸਤਾਨ ਦੇ ਪ੍ਰਤਾਪੀ ਬਾਦਸ਼ਾਹ ਵਿਕਰਮਾਜੀਤ ਜੀ ਦੇ 9 ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਪੁਰਾਣਾ ਇਤਿਹਾਸਕਾਰ ਰਾਜ ਤਰੰਗਣੀ ਦਾ ਕਰਤਾ ਕੱਲਣ ਆਪਣੀ ਪੁਸਤਕਾਂ ਵਿੱਚ 3 ਵਿਕਰਮਾਦਿੱਤਾਂ ਦਾ ਜ਼ਿਕਰ ਕਰਦਾ ਹੈ। ਕਿਹੜਾ ਕਿਸ ਸਮੇਂ ਇਹ ਨਹੀਂ ਪਤਾ। ਇੱਕ ਵਿਕਰਮਾਦਿੱਤਿਆ 11ਵੀਂ ਸਦੀ ਵਿੱਚ ਹੋਇਆ ਹੈ, ਇੱਕ 4ਥੀ ਸਦੀ ਵਿੱਚ ਤੇ ਇੱਕ 1 ਸਦੀ ਤੋਂ ਵੀ ਪਹਿਲਾਂ। ਦੱਸਿਆ ਜਾਂਦਾ ਹੈ ਕਿ ਪਹਿਲੇ ਵਿਕਰਮਾਦਿੱਤਿਆ ਦੇ ਨਾਮ 1 ਈਸਵੀ ਸਦੀ ਤੋਂ 56 ਵਰ੍ਹੇ ਪਹਿਲਾਂ ਇਸ ਦਾ ਬਿਕਰਮੀ ਸੰਮਤ ਸ਼ੁਰੂ ਹੋਇਆ, ਜੋ ਕੁਝ ਸਮਾਂ ਪਹਿਲੇ ਮਾਲਵਾ ਸੰਮਤ ਦੇ ਨਾਮ 'ਤੇ ਵੀ ਪ੍ਰਚਲਿਤ ਰਿਹਾ। ਇਹ ਵਿਕਰਮਾਦਿੱਤਿਆ ਉਜੈਨ ਦਾ ਬਾਦਸ਼ਾਹ ਸੀ। ਇਸ ਦੇ ਦਰਬਾਰ ਦਾ ਸ਼ਿੰਗਾਰ ਕਾਲੀਦਾਸ ਸੀ। ਕਾਲੀਦਾਸ ਆਪਣੀਆਂ ਪੁਸਤਕਾਂ ਵਿੱਚ ਉਜੈਨ ਨਗਰੀ ਦਾ ਚੰਗੇ ਗੂੜੇ ਸਨੇਹ ਨਾਲ ਬਿਆਨ ਕਰਦਾ ਹੈ। ਆਮ ਰਵਾਇਤ ਵੀ ਹੈ ਕਿ ਕਾਲੀਦਾਸ ਵਿਕਰਮਾਜੀਤ ਦੇ ਦਰਬਾਰ ਦਾ ਮਹਾਕਵੀ ਸੀ, ਪਰ ਇਹ ਨਿਰਣਾ ਕਰਨਾ ਜ਼ਰਾ ਔਖਾ ਹੈ ਕਿ ਕਿਸ ਵਿਕਰਮਾਜੀਤ ਦੇ ਸਮੇਂ ਇਹ ਕਵੀ ਹੋਇਆ। ਉਹ ਜਿਸ ਵੇਲੇ ਵੀ ਹੋਇਆ, ਉਹ ਸਮਾਂ ਸੁਨਹਿਰੀ ਸੀ। ਉਹ ਰਾਜਾ ਭਗਵਾਨ ਹੋਵੇਗਾ ਜਿਸ ਦੇ ਦਰਬਾਰ ਵਿੱਚ ਉਸਨੇ ਆਪਣੀ ਕਵਿਤਾ ਦੇ ਸ਼ਲੋਕ ਉਚਾਰੇ। ਸਾਨੂੰ ਕੀ ਲੋੜ ਹੈ ਇਸ ਗੋਰਖਤਨ ਦੇ ਵਿੱਚ ਪੈਣ ਦੀ ਕਿ ਇਸ ਗੁਲਾਬ ਦੇ ਬੂਟੇ ਨੇ ਕਦੋਂ ਜਨਮ ਲਿਆ ਸੀ। ਸਾਡਾ ਕੰਮ ਉਸ ਦੀ ਭਿੰਨੀ ਖੁਸ਼ਬੂ ਜਾਂ ਵਾਸ਼ਨਾ ਨਾਲ ਆਪਣੇ ਦਿਲ ਦਿਮਾਗ ਨੂੰ ਮੁਅੱਤਰ ਕਰਨਾ ਹੈ। ਇਸੇ ਤਰ੍ਹਾਂ ਕੁਝ ਲੋਕ ਉਸ ਦੀ ਜਾਤੀ ਤੇ ਧਰਮ ਬਾਰੇ ਵੀ ਭਿੰਨ ਵਿਚਾਰ ਰੱਖਦੇ ਹਨ। ਕੋਈ ਕਹਿੰਦਾ ਹੈ ਇਹ ਸਾਰਸੂਤ ਬ੍ਰਾਹਮਣ ਸੀ, ਕੋਈ ਕਹਿੰਦਾ ਹੈ ਉਸ ਨੂੰ ਬੰਗਾਲੀ ਤੇ ਕਸ਼ਮੀਰੀ ਤੇ ਕੋਈ ਪੰਜਾਬੀ ਦੱਸਦਾ ਹੈ। ਦਰਅਸਲ ਗੱਲ ਇਹ ਹੈ ਕਿ ਕਾਲੀਦਾਸ ਅਤ ਸੁੰਦਰ ਰਤਨ ਸੀ, ਜਿਸ ਨੂੰ ਹਰ ਪ੍ਰਾਂਤ ਜਾਂ ਜਾਤੀ ਵਾਲਾ ਆਪਣਾ ਦੱਸਣਾ ਚਾਹੁੰਦਾ ਹੈ। ਉਹ ਕਵੀ ਸੁੰਦਰਤਾ ਕਰਕੇ ਸਭ ਨੂੰ ਪਿਆਰਾ ਲੱਗਦਾ ਹੈ। ਸੁੰਦਰਤਾ ਦੀ ਜਾਤ ਜਨਮ ਪਰਖਣੀ ਸਿਆਣਪ ਦੀ ਗੱਲ ਨਹੀਂ। ਭਾਈ ਵੀਰ ਸਿੰਘ ਜੀ ਨੇ ਠੀਕ ਕਿਹਾ ਹੈ, ਜਾਤ ਜਨਮ ਤੇ ਅਸਲ ਨਸਲ ਨੂੰ ਕੋਈ ਕਦੇ ਨਾ ਛਾਣੇ। ਜਦ ਸੁੰਦਰਤਾ ਦਰਸ਼ਨ ਦੇਵੇ ਸਭ ਕੋਈ ਆਪਣੀ ਜਾਣੇ। ਸਾਡੇ ਲਈ ਇੰਨਾ ਜਾਣਨਾ ਹੀ ਕਾਫੀ ਹੈ ਕਿ ਉਹ ਕਵੀ ਸੀ ਤੇ ਹਿੰਦੁਸਤਾਨ ਦਾ ਕਵੀ ਸੀ। ਕਵੀ ਦੀ ਕੋਈ ਜਾਤ ਨਹੀਂ ਹੁੰਦੀ ਤੇ ਨਾ ਹੀ ਉਸ ਦਾ ਕੋਈ ਮਜ਼ਹਬ ਹੁੰਦਾ ਹੈ। ਉਸ ਦੀ ਕਵਿਤਾ ਹੀ ਉਸ ਦਾ ਸਭੋ ਕੁਝ ਹੁੰਦੀ ਹੈ। ਸੋ ਹੁਣ ਅਸੀਂ ਉਸ ਦੀ ਕਾਵ ਰਚਨਾ ਵੱਲ ਆਉਂਦੇ ਹਾਂ। ਕਾਲੀਦਾਸ ਦੀਆਂ 7 ਪੁਸਤਕਾਂ ਪ੍ਰਸਿੱਧ ਹਨ, 4 ਕਾਵਿ ਤੇ 3 ਨਾਟਕ। ਰਘੁਵੰਸ਼, ਕੁਮਾਰ ਸੰਭਵ, ਰੀਤੂ ਸੰਹਾਰ ਤੇ ਮੇਘਦੂਤ ਇਹ 4 ਕਾਵਿ ਹਨ ਤੇ ਅਭਿਗਿਆਨ ਸ਼ਕੁੰਤਲਾ, ਵਿਕਰਮੋਰਵਸ਼ੀ ਤੇ ਮਾਲਵਿਕਾਗ ਨਿਮ੍ਰਿਤ 3 ਨਾਟਕ ਹਨ। ਇਹਨਾਂ ਤੋਂ ਇਲਾਵਾ ਹੋਰ ਵੀ 10-15 ਪੁਸਤਕਾਂ
ਕਾਲੀਦਾਸ ਦੇ ਨਾਮ ਨਾਲ ਮਨਸੂਬ ਕੀਤੀਆਂ ਜਾਂਦੀਆਂ ਹਨ, ਪਰ ਉਹਨਾਂ ਬਾਰੇ ਨਿਸ਼ਚਿਤ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ। ਆਓ ਬੱਚੋ, ਹੁਣ ਆਪਾਂ ਇਹਨਾਂ ਦੀਆਂ ਜੋ ਕਵਿਤਾਵਾਂ ਨੇ, ਪੁਸਤਕਾਂ ਨੇ, ਨਾਟਕ ਨੇ, ਉਹਨਾਂ ਬਾਰੇ ਚਾਨਣਾ ਪਾਈਏ। ਰਘੁਵੰਸ਼ ਮਹਾਕਾਵਿ ਹੈ। ਇਸ ਦੀ ਕਥਾ ਕਹਾਣੀ ਦੀ ਉਸਾਰੀ ਵਾਲਮੀਕੀ ਰਾਮਾਇਣ ਦੇ ਆਧਾਰ 'ਤੇ ਹੈ। ਸੂਰਜਵੰਸ਼ੀ ਰਾਜਿਆਂ ਦਾ ਜੀਵਨ ਸਮਾਚਾਰ ਹੈ। ਇਸ ਦੇ ਕੁੱਲ 19 ਸਰਗ ਹਨ। ਇਹ ਮਹਾਕਾਵਿ ਵਿੱਚ ਨਦੀਆਂ, ਬਾਗਾਂ, ਪਹਾੜਾਂ, ਪਿੰਡਾਂ, ਸ਼ਹਿਰਾਂ ਅਤੇ ਕੁਦਰਤੀ ਨਜ਼ਾਰਿਆਂ ਦੇ ਚਿੱਤਰ ਬਹੁਤ ਸੋਹਣੇ ਚਿੱਤਰੇ ਹਨ। ਕਵੀ ਨੇ ਆਰਿਆਈ ਸੱਭਿਆਚਾਰ ਦੇ ਹਰ ਪਹਿਲੂ ਨੂੰ ਸਿਖਰ 'ਤੇ ਪੁੱਜਿਆ ਦਰਸਾਇਆ ਹੈ। ਹੋਰ ਵੀ ਭੂਗੋਲ, ਖਗੋਲ, ਵਿਗਿਆਨ, ਫਿਲਾਸਫੀ ਆਦਿ ਦੀ ਜਾਣਕਾਰੀ ਉਸ ਦੀ ਰਚਨਾ ਦੇ ਹਰ ਹਿੱਸੇ ਤੋਂ ਜ਼ਾਹਰ ਹੁੰਦੀ ਹੈ। ਕੁਮਾਰ ਸੰਭਵ, ਇਸ ਵਿੱਚ ਪਾਰਵਤੀ ਤੇ ਸ਼ਿਵ ਜੀ ਦੀ ਪ੍ਰੇਮ ਮਿਲਣੀ ਬਿਆਨੀ ਗਈ ਹੈ। ਹਿਮਾਲਿਆ ਦੀਆਂ ਬਰਫਾਨੀ ਚੋਟੀਆਂ ਦਾ ਸਿਖਰ ਅੱਜ ਵੀ ਦਿਲਾਂ ਨੂੰ ਠੰਡਾ ਠੰਡਾ ਤੇ ਮਨਮੋਹਣਾ ਲੱਗਦਾ ਹੈ। ਇਹਨਾਂ ਚੋਟੀਆਂ ਵਿੱਚ ਤਪ ਕਰਦੇ ਸ਼ਿਵ ਜੀ ਨੂੰ ਵੇਖ ਕੇ ਹੀ ਪਾਰਵਤੀ ਮੋਹਿਤ ਹੋ ਗਈ ਸੀ। ਪਹਿਲ ਸ਼ਿਵ ਸਮਾਧੀ ਵਿੱਚ ਹਨ। ਉਹ ਆਪਣੀ ਸਮਾਧੀ ਖੋਲ੍ਹਦੇ ਹਨ ਨਹੀਂ। ਪਾਰਵਤੀ ਬੇਚੈਨ ਹੈ। ਕਾਮਦੇਵ ਉਹਨਾਂ ਦੀ ਸਮਾਧੀ ਖੋਲ੍ਹਣ ਲਈ ਆਉਂਦਾ ਹੈ। ਫਿਰ ਸ਼ਿਵਾ ਦੇ ਤੇਜ਼ ਨੈਣ ਉਸ ਨੂੰ ਭਸਮਾਭੂਤ ਕਰ ਦਿੰਦੇ ਹਨ। ਅਖੀਰ ਉਮਾ ਮਤਲਬ ਪਾਰਵਤੀ ਦਾ ਪਿਓ ਹਿਮਾਲਿਆ ਇਸ ਪ੍ਰੇਮ ਮਿਲਣੀ ਦੀ ਪ੍ਰਵਾਨਗੀ ਦੇ ਦਿੰਦਾ ਹੈ। ਇਸ ਰਚਨਾ ਦੇ 8 ਸਰਗ ਹਨ। ਰਿਤੂ ਸੰਹਾਰ, ਇਹ ਕੇਵਲ ਮੁਖਤਲਿਫ ਰੁੱਤਾਂ ਦੇ ਬਿਆਨ ਦਾ ਨਿੱਕਾ ਕਾਵਿ ਹੈ। ਗ੍ਰੀਖਮ ਤੋਂ ਸ਼ੁਰੂ ਹੋ ਕੇ ਬਸੰਤ ਰੁੱਤ 'ਤੇ ਮੁੱਕਦਾ ਹੈ। ਭਾਵੇਂ ਇਹ ਛੋਟੀ ਜਿਹੀ ਰਚਨਾ ਹੈ, ਪਰ ਕੁਦਰਤ ਦਾ ਰਸ ਮਾਣਨ ਲਈ ਇਹ ਇੱਕ ਅਮੋਲਕ ਚਿਤਰਾਵਲੀ ਹੈ। ਕਵੀ ਨੇ 6 ਰੁੱਤਾਂ ਦੀ ਸੁੰਦਰਤਾ ਨੂੰ ਆਪਣੀ ਕਵਿਤਾ ਦੀ ਜ਼ੰਜੀਰੀ ਨਾਲ ਇੱਕੋ ਥਾਂ ਬੰਨ੍ਹ ਰੱਖਿਆ ਹੈ। ਮੇਘਦੂਤ, ਇਹ ਵੀ ਨਿੱਕਾ ਜਿਹਾ ਕਾਵਿ ਹੈ। ਇਸ ਵਿੱਚ ਕਵੀ ਨੇ ਮੇਘਾਂ ਦੀ ਸਾਂਵਲੀ, ਉਜਲੀ ਸੁੰਦਰਤਾ ਦੇ ਭਿੰਨ ਨਜ਼ਾਰੇ ਚਿਤਰੇ ਹਨ। ਅਸਲ ਕਹਾਣੀ ਇਹ ਹੈ ਕਿ ਦੇਵਤਿਆਂ ਦੇ ਖਜ਼ਾਨਚੀ ਕੁਬੇਰ ਇੱਕ ਯਕਸ਼ ਨੂੰ ਸ਼ਰਾਪ ਦੇ ਦਿੰਦੇ ਹਨ, ਜਿਸ ਕਰਕੇ ਉਹਨਾਂ ਨੂੰ ਸਾਲ ਭਰ ਆਪਣੀ ਪ੍ਰੀਤਮਾ ਤੋਂ ਵਿਛੜੇ ਰਹਿਣਾ ਪੈਂਦਾ ਹੈ। ਯਕਸ਼ ਰਾਮਗਿਰੀ 'ਤੇ ਰਹਿੰਦਾ ਹੈ। ਉਸ ਦੀ ਪਤਨੀ ਅਲਕਾਪੁਰੀ ਵਿੱਚ, ਜੋ ਕਿ ਕੈਲਾਸ਼ ਦੀ ਚੋਟੀ 'ਤੇ ਇੱਕ ਬਸਤੀ ਹੈ, ਸਾਵਣ ਦੇ ਵਰਦੇ ਮੇਘਾਂ ਤੇ ਚਮਕਦੀਆਂ ਬਿਜਲੀਆਂ ਵਿੱਚ ਦੋਹਾਂ ਪ੍ਰੇਮੀਆਂ ਨੂੰ ਵਿਛੋੜੇ ਦਾ ਸਮਾਂ ਗੁਜ਼ਾਰਨਾ ਪੈਂਦਾ ਹੈ। ਇਸ ਸਮੇਂ ਯਕਸ਼ ਆਪਣੀ ਪ੍ਰੀਤਮਾ ਪਾਸ ਮੇਘ ਨੂੰ ਦੂਤ ਬਣਾ ਕੇ ਸੰਦੇਸ਼ ਦੇਣ ਲਈ ਭੇਜ ਦਿੰਦਾ ਹੈ। ਕਵੀ ਦੀ ਕਲਪਨਾ ਵੇਖੋ। ਮੇਘ ਨੂੰ ਸੁਨੇਹਾ ਦੇ ਕੇ ਅਲਕਾਪੁਰੀ ਵੱਲ ਤੋਰਿਆ ਤੇ ਤਾਕੀਦ ਕੀਤੀ, ਤੂੰ ਕਿਤੇ ਠਹਿਰਨਾ ਨਹੀਂ ਹੋਵੇਗਾ। ਜਾਂਦਾ ਜਾਂਦਾ ਨਦੀਆਂ ਦੇ ਪਾਣੀ ਪੀਂਦਾ ਉਸ ਦੇਸ਼ ਵੱਲ ਜ਼ਰੂਰ ਪਹੁੰਚਣਾ ਹੈ। ਮੇਰੀ ਪ੍ਰੀਤਮਾ ਤੇਰੇ ਸੰਦੇਸ਼ ਨੂੰ ਸੁਣਨ ਲਈ ਉਡੀਕ ਵਿੱਚ ਖਲੋਤੀ ਹੋਵੇਗੀ। ਅਭਿਗਿਆਨ ਸ਼ਕੁੰਤਲਾ, ਇਸ ਨਾਟਕ ਦੇ 5 ਅੰਕ ਹਨ। ਇਸ ਵਿੱਚ ਕਵੀ ਨੇ ਹਿੰਦੁਸਤਾਨ ਦੇ ਸ਼ਹਿਜ਼ਾਦੇ ਦੁਸ਼ਯੰਤ ਦੇ ਬਣ ਵਿੱਚ ਰਹਿਣ ਵਾਲੇ ਰਿਸ਼ੀਆਂ ਦੀ ਕੁੜੀ ਸ਼ਕੁੰਤਲਾ ਦੀ ਪ੍ਰੀਤ ਦਾ ਬਿਆਨ ਕੀਤਾ ਹੈ। ਦੁਸ਼ਯੰਤ ਸ਼ਿਕਾਰ ਖੇਡਦਾ ਖੇਡਦਾ ਰਿਸ਼ੀਆਂ ਦੇ ਆਸ਼ਰਮ ਪਾਸ ਆ ਜਾਂਦਾ ਹੈ, ਜਿੱਥੇ ਸ਼ਕੁੰਤਲਾ ਆਪਣੀਆਂ ਸਹੇਲੀਆਂ ਨਾਲ ਪਿਲਵਾੜੀ ਨੂੰ ਪਾਣੀ ਦੇ ਰਹੀ ਹੁੰਦੀ ਹੈ। ਇੱਥੇ ਹੀ ਦੋਹਾਂ ਦਾ ਮਿਲਾਪ ਹੁੰਦਾ ਹੈ। ਸ਼ਹਿਜ਼ਾਦਾ ਸ਼ਕੁੰਤਲਾ ਦੀ ਉਂਗਲੀ ਵਿੱਚ ਪ੍ਰੀਤ ਨਿਸ਼ਾਨੀ ਆਪਣੀ ਮੁੰਦਰੀ ਪਾ ਜਾਂਦਾ ਹੈ। ਕੁਝ ਸਮੇਂ ਬਾਅਦ ਸ਼ਕੁੰਤਲਾ ਦਾ ਪਿਤਾ ਉਸ ਨੂੰ ਆਪਣੇ ਸਹੁਰੇ ਘਰ ਭੇਜ ਦਿੰਦਾ ਹੈ, ਪਰੰਤੂ ਦੁਸ਼ਯੰਤ ਦੁਰਬਾਸ਼ਾ ਦੇ ਸ਼ਰਾਪ ਕਾਰਨ ਉਸ ਨੂੰ ਭੁੱਲ ਜਾਂਦਾ ਹੈ। ਸ਼ਕੁੰਤਲਾ ਮੁੰਦਰੀ ਦਿਖਾਉਣ ਲੱਗਦੀ ਹੈ, ਪਰੰਤੂ ਮੁੰਦਰੀ ਰਸਤੇ ਵਿੱਚ ਹੀ ਕਿਤੇ ਪਾਣੀ ਪੀਣ ਲੱਗਿਆ ਦਰਿਆ ਵਿੱਚ ਡਿੱਗ ਪੈਂਦੀ ਹੈ, ਜਿਸ ਨੂੰ ਇੱਕ ਮੱਛੀ ਨਿਗਲ ਜਾਂਦੀ ਹੈ। ਮੱਛੀ ਪਕੜ ਕੇ ਲੈ ਜਾਂਦਾ ਹੈ ਤੇ ਮੁੰਦਰੀ ਦੁਸ਼ਯੰਤ ਪਾਸ ਪੁੱਜ ਜਾਂਦੀ ਹੈ। ਮੁੰਦਰੀ ਨੂੰ ਵੇਖਣ ਸਾਰ ਉਸ ਨੂੰ ਸ਼ਕੁੰਤਲਾ ਦੇ ਮਾਸੂਮ ਪ੍ਰੇਮ ਦੀ ਯਾਦ ਆ ਜਾਂਦੀ ਹੈ। ਉਹ ਬਣ ਵਿੱਚ ਵਿਛੋੜੇ ਦੇ ਦਿਨ ਗੁਜ਼ਾਰਦੀ ਆਪਣੇ ਨਵੇਂ ਜੰਮੇ ਬੱਚੇ ਭਰਤ ਨਾਲ ਦਿਲ ਪਰਚਾਵਾ ਕਰਦੀ ਹੈ। ਇੱਥੇ ਹੀ ਦੁਸ਼ਯੰਤ ਦਾ ਮਿਲਾਪ ਹੋ ਜਾਂਦਾ ਹੈ। ਵਿਕਰਮੋਰਵਸ਼ੀ ਨਾਟਕ, ਇਹ ਚੰਦਰਵੰਸ਼ੀ ਖਾਨਦਾਨ ਦੇ ਰਾਜਾ ਪੁਰੂਰਵਸ਼ ਤੇ ਉਰਵਸ਼ੀ ਦੀ ਪਿਆਰ ਕਹਾਣੀ ਦਾ ਨਾਟਕ ਹੈ।
ਰਾਜਾ ਪੁਰੁਰਵਸ਼ ਨਾਰਾਇਣ ਰਿਸ਼ੀ ਦੀ ਧੀ ਉਰਵਸ਼ੀ ਨੂੰ ਦੈਂਤਾਂ ਦੇ ਪੰਜੇ ਵਿੱਚੋਂ ਛੁਡਾ ਕੇ ਲਿਆਉਂਦਾ ਹੈ। ਇਸ ਸਮੇਂ ਦੋਹਾਂ ਦਾ ਪਿਆਰ ਪੈ ਜਾਂਦਾ ਹੈ। ਉਰਵਸ਼ੀ ਜਾਣਾ ਨਹੀਂ ਚਾਹੁੰਦੀ। ਉਸ ਦੀ ਸਹੇਲੀ ਚਿੱਤਰਲੇਖਾ ਕਹਿੰਦੀ ਹੈ, ਮਹਾਰਾਜ, ਉਰਵਸ਼ੀ ਨੂੰ ਜਾਣ ਦੀ ਆਗਿਆ ਦਿਓ। ਇਹ ਤੁਹਾਡੇ ਪਰਉਪਕਾਰ ਦੀ ਕੀਰਤੀ ਸੁਰਗ ਵਿੱਚ ਲੈ ਜਾਵੇ। ਉਰਵਸ਼ੀ ਸੁਰਗ ਵਿੱਚ ਚਲੀ ਜਾਂਦੀ ਹੈ। ਇੱਧਰ ਰਾਜਾ ਬਿਰਹੋਂ ਨਾਲ ਬੇਚੈਨ ਰਹਿੰਦਾ ਹੈ। ਫਿਰ ਉਹ ਦੈਵੀ ਸ਼ਕਤੀ ਨਾਲ ਰਾਜੇ ਦੇ ਦਰਸ਼ਨਾਂ ਨੂੰ ਆਉਂਦੀ ਹੈ, ਪਰੰਤੂ ਫੌਰਨ ਸੁਰਗ ਵਾਲੇ ਉਸ ਨੂੰ ਲక్ష్ਮੀ ਸਵੰਬਰ ਨਾਟਕ ਖੇਡਣ ਲਈ ਸੱਦ ਲੈਂਦੇ ਹਨ। ਉੱਥੇ ਨਾਟਕ ਖੇਡਦਿਆਂ ਵੀ ਉਸ ਨੂੰ ਪੁਰੁਰਵਸ਼ ਦਾ ਪਿਆਰ ਨਹੀਂ ਭੁੱਲਦਾ। ਪ੍ਰੀਤ ਦੀ ਦੀਵਾਨੀ ਕੀਤੀ ਹੋਈ ਨਾਟਕ ਵਿੱਚ ਪੁਰਸ਼ੋਤਮ ਦੀ ਥਾਂ ਪੁਰੁਰਵਸ਼ ਆਖ ਦਿੰਦੀ ਹੈ। ਇਸ ਤੋਂ ਭਰਤ ਮੁਨੀ ਗੁੱਸੇ ਵਿੱਚ ਹੁੰਦੇ ਹਨ ਤੇ ਸੁਰਗੋਂ ਬਾਹਰ ਕੱਢ ਦਿੰਦੇ ਹਨ। ਇੰਦਰ ਇਸ ਸਰਾਪ ਨੂੰ ਸੁਖਦਾਈ ਬਣਾ ਦਿੰਦਾ ਹੈ ਕਿ ਜਿਤਨਾ ਚਿਰ ਉਰਵਸ਼ੀ ਧਰਤੀ ਤੇ ਰਹੇ, ਰਾਜਾ ਪੁਰੁਰਵਸ਼ ਪਾਸ ਰਹੇ। ਇਉਂ ਸਿਆਣਾ ਨਾਟਕਕਾਰ ਸੁਰਗ ਤੇ ਧਰਤੀ ਦਾ ਵਿਆਹ ਕਰ ਦਿੰਦਾ ਹੈ। ਇੱਕ ਦਿਨ ਰਾਜਾ ਤੇ ਉਰਵਸ਼ੀ ਵਿਛੜ ਜਾਂਦੇ ਹਨ। ਰਾਜਾ ਬੌਰਾ ਹੋਇਆ ਪਰਬਤਾਂ, ਨਦੀਆਂ, ਪੰਛੀਆਂ, ਭੌਰਿਆਂ, ਹਿਰਨਾਂ, ਹਾਥੀਆਂ ਨੂੰ ਪੁੱਛਦਾ ਫਿਰਦਾ ਹੈ। ਆਖਰ ਰਾਜਾ ਉਰਵਸ਼ੀ ਨੂੰ ਲੱਭ ਲੈਂਦਾ ਹੈ, ਜੋ ਬਣ ਵਿੱਚ ਵੇਲ ਬਣੀ ਹੋਈ ਸੀ। ਦੋਵੇਂ ਵਾਪਸ ਰਾਜ ਮਹਿਲਾਂ ਨੂੰ ਆ ਜਾਂਦੇ ਹਨ। ਦੋਹਾਂ ਦਾ ਜੀਵਨ ਭਰ ਲਈ ਮੇਲ ਬਣਿਆ ਰਹਿੰਦਾ ਹੈ। ਅਗਿਆ ਮਾਲਵਿਕਾਗਨ ਨਿਮ੍ਰਿਤ। ਇਸ ਵਿੱਚ ਰਾਜੇ ਅਗਨੀ ਮਿੱਤਰ ਦਾ ਇੱਕ ਬੋਧੀ ਭਿਕਸ਼ਨੀ ਨਾਲ ਪ੍ਰੀਤ ਕਥਾ ਕਿੱਸਾ ਬਿਆਨ ਕੀਤਾ ਗਿਆ ਹੈ। ਸਾਰੇ ਵਿਦਵਾਨ ਇਸ ਨਾਟਕ ਨੂੰ ਕਾਲੀਦਾਸ ਦੀ ਰਚਨਾ ਮੰਨਣ 'ਤੇ ਇਤਫਾਕ ਨਹੀਂ ਕਰਦੇ, ਪਰ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਉਸ ਦੀ ਰਚਨਾ ਹੈ। ਕਾਲੀਦਾਸ ਦੇ ਨਾਟਕ ਸੁਖਾਂਤ ਹਨ। ਹਿੰਦੁਸਤਾਨੀ ਵਿਚਾਰਵਾਨ ਜ਼ਿੰਦਗੀ ਦਾ ਮਨੋਰਥ ਪਰਮਾਨੰਦ ਮੰਨਦੇ ਹਨ। ਇਸ ਲਈ ਇੱਥੋਂ ਦੇ ਨਾਟਕਕਾਰ ਜੀਵਨ ਸੰਗਰਾਮ ਦਿਖਾ ਕੇ ਅੰਤ ਵਿੱਚ ਖੁਸ਼ੀ ਤੇ ਸ਼ਾਂਤੀ ਦਾ ਨਜ਼ਾਰਾ ਹੀ ਮੂਰਤੀਮਾਨ ਕਰਦੇ ਹਨ। ਪੱਛਮ ਵਿੱਚ ਨਾਟਕ ਵਧੇਰੇ ਦੁਖਾਂਤ ਦਿਖਾਏ ਜਾਂਦੇ ਹਨ, ਜੋ ਜੀਵਨ ਨੂੰ ਨਿਰਾਸ਼ਤਾ ਦੀ ਖੱਡ ਵਿੱਚ ਸੁੱਟ ਕੇ ਸ਼ਾਂਤੀ ਦਾ ਸੰਦੇਸ਼ ਨਹੀਂ ਦਿੰਦੇ। ਕਾਲੀਦਾਸ ਦੀ ਕਵਿਤਾ ਕੱਚਾ ਦੁੱਧ ਹੈ, ਕਿਤੇ ਪਤਲੀ ਲੱਸੀ ਨਹੀਂ। ਹਰ ਗੱਲ ਵਿੱਚ ਕੋਈ ਨਾ ਕੋਈ ਚਮਤਕਾਰ ਪਾਇਆ ਜਾਂਦਾ ਹੈ। ਉਸ ਦੀਆਂ ਉਪਮਾਵਾਂ ਬਹੁਤ ਮੰਨੀਆਂ ਗਈਆਂ ਹਨ। ਸੌਖੇ ਸੌਖੇ ਨਿੱਕੇ ਨਿੱਕੇ ਸ਼ਬਦਾਂ ਨਾਲ ਹੌਲਾ ਫੁੱਲ ਬਿਆਨ ਟੋਰੀ ਜਾਂਦਾ ਹੈ, ਪਰੰਤੂ ਕਵੀ ਜਦੋਂ ਭਿਆਨਕ ਨਜ਼ਾਰੇ ਚਿੱਤਰਦਾ ਹੈ ਤਾਂ ਬਿਜਲੀ ਵਰਗੇ ਗਰਜਵੇਂ ਸ਼ਬਦ ਲਿਆਉਂਦਾ ਹੈ। ਬੋਲੀ 'ਤੇ ਉਸ ਦਾ ਅਜਬ ਕਾਬੂ ਹੈ। ਇੱਕ ਦੋ ਬੁਰਸ਼ ਮਾਰ ਕੇ ਹੀ ਤਸਵੀਰ ਮੁਕੰਮਲ ਕਰ ਦਿੰਦਾ ਹੈ। ਕਵੀ ਹਰ ਗੱਲ ਨੂੰ ਕਟਾਕਸ਼ ਨਾਲ ਬਿਆਨ ਕਰਨ ਵਿੱਚ ਮਾਹਰ ਹੈ। ਕਾਲੀਦਾਸ ਸੁੰਦਰਤਾ ਦਾ ਕਵੀ ਹੈ। ਸੁੰਦਰਤਾ ਦਾ ਬਿਆਨ ਉਹ ਬਹੁਤ ਸਾਦੀਆਂ ਗੱਲਾਂ ਵਿੱਚ ਕਰ ਜਾਂਦਾ ਹੈ, ਕਈ ਥਾਂ ਬੁਝਾਰਤਾਂ ਪਾ ਪਾ ਕੇ ਵੀ। ਇਉਂ ਵੇਖਦੇ ਹਾਂ ਕਿ ਕਾਲੀਦਾਸ ਦੇ ਸੁੰਦਰਤਾ ਦੇ ਬਿਆਨ, ਬਿਰਹੋਂ ਦੇ ਵਿਆਕੁਲ ਚਿੱਤਰ, ਕੁਦਰਤੀ ਨਜ਼ਾਰੇ ਹਰ ਪਹਿਲੂ ਤੋਂ ਪੂਰੇ ਪੂਰੇ ਉਤਰਦੇ ਦਿਖਾਈ ਦਿੰਦੇ ਹਨ। ਪੂਰਬ ਦੇ ਲੋਕ ਕਾਲੀਦਾਸ ਦਾ ਨਾਮ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ। ਇੱਕ ਵਿਦਵਾਨ ਸਮਾਲੋਚਕ ਨੇ ਤਾਂ ਕਿਹਾ ਹੈ ਕਿ ਹੱਥ ਦੀ ਚੀਚੀ ਲਾਗਲੀ ਉਂਗਲੀ ਨੂੰ ਅਨਾਮਕਾ ਦਾ ਨਾਮ ਐਵੇਂ ਨਹੀਂ ਦਿੱਤਾ ਗਿਆ। ਇਸ ਦੇ ਅਰਥ ਹਨ, ਉਸ ਦਾ ਕੋਈ ਨਾਂ ਥਾਂ ਨਹੀਂ, ਉਹ ਹੈ ਹੀ ਨਹੀਂ। ਇਸ ਦਾ ਕਾਰਨ ਉਹ ਇਹ ਦੱਸਦਾ ਹੈ ਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗਿਆਂ ਪਹਿਲੇ ਚੀਚੀ ਤੇ ਕਾਲੀਦਾਸ ਦਾ ਨਾਮ ਗਿਣਿਆ, ਉਸ ਤੋਂ ਬਾਅਦ ਅਜਿਹਾ ਹੋਰ ਕਵੀ ਕੋਈ ਨਹੀਂ ਹੋਇਆ। ਇਸ ਲਈ ਅਗਲੀ ਉਂਗਲੀ ਅਨਾਮਕਾ ਦਾ ਨਾਮ ਵੀ ਸਾਰਥਕ ਹੋ ਗਿਆ, ਕਿਉਂਕਿ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ। ਪੱਛਮ ਵਾਲਿਆਂ ਪਾਸ ਸਭ ਤੋਂ ਚੰਗਾ ਕਵੀ ਸ਼ੇਕਸਪੀਅਰ ਹੈ। ਉਹਨਾਂ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਇਹ ਕਹਿ ਕੇ ਕੀਤਾ ਕਿ ਉਹ ਹਿੰਦੁਸਤਾਨ ਦਾ ਸ਼ੇਕਸਪੀਅਰ ਸੀ। ਇਸ ਤੋਂ ਵੱਧ ਉਹ ਵਿਚਾਰੇ ਕੁਝ ਕਹਿ ਵੀ ਨਹੀਂ ਸਨ ਸਕਦੇ। ਅਜੇ ਪਤਾ ਨਹੀਂ ਪੂਰਬ ਤੇ ਪੱਛਮ ਵਾਲੇ ਸਮੂਹ ਕਾਵਿ ਪ੍ਰੇਮੀ ਕਿਤਨਾ ਚਿਰ ਉਸ ਦੀਆਂ ਕਵਿਤਾਵਾਂ ਦੇ ਮਹਿਕਦੇ ਫੁੱਲਾਂ ਦੀ ਸੁਗੰਧੀ ਮਾਣਦੇ ਰਹਿਣਗੇ। ਇਹ ਸੁਗੰਧੀ ਮੁੱਕਣ ਵਾਲੀ ਨਹੀਂ। ਸੋ ਬੱਚੋ, ਇਹ ਸੀ ਮਹਾਨਤਾ ਕਾਲੀਦਾਸ ਦੀ ਕਵਿਤਾਵਾਂ, ਨਾਟਕਾਂ ਦੀ। ਬਹੁਤ ਬਹੁਤ ਉੱਚੇ ਕਵੀ ਸਨ ਬੱਚਿਓ ਉਹ, ਜਿਨ੍ਹਾਂ ਵਰਗੀ ਕਵਿਤਾ ਲਿਖਣੀ ਬਹੁਤ ਔਖੀ ਹੈ।
ਮਤਲਬ ਇੱਕ ਕਹਾਣੀ ਨੂੰ ਇੱਕ ਕਵਿਤਾ ਦੇ ਰੂਪ ਦੇ ਵਿੱਚ ਲੈ ਕੇ ਆਉਣਾ ਬਹੁਤ ਮੁਸ਼ਕਿਲ ਹੁੰਦਾ ਬੱਚਿਓ, ਪਰ ਉਹ ਕਾਲੀਦਾਸ ਵਰਗੇ ਮਹਾਨ ਜੋ ਕਹਾਣੀਕਾਰ ਨੇ, ਲੇਖਕ ਨੇ, ਕਵੀ ਨੇ, ਉਹੀ ਕਰ ਸਕਦੇ ਨੇ। ਸੋ ਬੱਚਿਓ ਬਹੁਤ ਸਾਰੇ ਔਖੇ ਸ਼ਬਦ ਲੱਗੇ ਹੋਣੇ ਕਿਉਂਕਿ ਸੰਸਕ੍ਰਿਤੀ ਦੇ ਕਾਫੀ ਜ਼ਿਆਦਾ ਸੀਗੇ, ਅਤੇ ਆਪਾਂ ਆਜੋ ਫਿਰ ਦੇਖੀਏ ਉਹਨਾਂ ਦੇ ਅਰਥ। ਸਵੰਬਰ ਆਪ ਪਸੰਦ ਕਰਕੇ ਵਿਆਹ ਕਰਾਉਣਾ, ਰਸ ਜਾਂ ਸਵਾਦ ਮਾਨਣ ਵਾਲੇ, ਮਨੋਹਰ ਮਨ ਨੂੰ ਖਿੱਚਣ ਵਾਲਾ। ਵਿਕਰਮਾਦਿੱਤ ਇੱਕ ਰਾਜੇ ਨੂੰ ਵਿਕਰਮਾਜੀਤ ਵੀ ਕਿਹਾ ਜਾਂਦਾ ਹੈ। ਸਲਤਨਤ ਹਕੂਮਤ ਬਾਦਸ਼ਾਹਤ, ਮਲਕਾ ਮਹਾਰਾਣੀ, ਪ੍ਰਤਾਪੀ ਤੇਜ ਵਾਲਾ ਪ੍ਰਭਾਵ ਵਾਲਾ, ਮੁਅੱਤਰ ਸੁਗੰਧਤ, ਸਰਗ ਅਧਿਆਏ, ਮੁਖਤਲਿਫ ਭਿੰਨਤਾ ਵੱਖ ਵੱਖ, ਗ੍ਰੀਖਮ ਗਰਮੀ ਦੀ ਰੁੱਤ, ਅਭਿਗਿਆਨ ਜਾਣ ਪਛਾਣ, ਮਾਲਵਿਕਾ ਨਿਮ੍ਰਿਤ, ਮਾਲਵਿਕਾ ਅਗਨੀ ਦਾ ਮਿੱਤਰ, ਬਿਰਹੋ ਵਿਛੋੜਾ, ਕਟਾਕਸ਼ ਵਿਅੰਗ, ਰਮਸ। ਤੇ ਆਜੋ ਬੱਚੋ ਫਿਰ ਹੁਣ ਆਪਾਂ ਇਸ ਦੇ ਪ੍ਰਸ਼ਨ ਉੱਤਰ ਕਰ ਲਈਏ, ਕਿਉਂਕਿ ਦੇਖੇ ਵੀ ਤੁਹਾਨੂੰ ਇਹ ਕਿੰਨਾ ਕੁ ਸਮਝ ਆਇਆ ਕਿੰਨਾ ਕੁ ਨਹੀਂ, ਹੈ ਨਾ। ਅਤੇ ਉਸ ਦੇ ਨਾਲ ਸਾਰੇ ਰਲਦੇ ਮਿਲਦੇ ਜੋ ਪ੍ਰਸ਼ਨ ਨੇ ਆਪਾਂ ਬੱਚਿਓ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਸਭ ਤੋਂ ਪਹਿਲਾਂ ਹੈ ਬੱਚਿਓ ਵੀ ਕਾਲੀਦਾਸ ਕੌਣ ਸੀ, ਉਸ ਨੂੰ ਇੰਨੀ ਪ੍ਰਸਿੱਧੀ ਕਿਉਂ ਮਿਲੀ। ਮਹਾਕਵੀ ਕਾਲੀਦਾਸ ਇੱਕ ਉੱਚ ਕੋਟੀ ਦਾ ਕਵੀ ਅਤੇ ਨਾਟਕਕਾਰ ਸੀ, ਜਿਸ ਨੂੰ ਜ਼ਿਆਦਾ ਪ੍ਰਸਿੱਧੀ ਉਸ ਦੀ ਕਵਿਤਾ ਕਰਕੇ ਪ੍ਰਾਪਤ ਹੋਈ। ਉਹ ਰਾਜਾ ਵਿਕਰਮਾਦਿੱਤਿਆ ਦੇ 9 ਦਰਬਾਰੀ ਰਤਨਾਂ ਵਿੱਚੋਂ ਇੱਕ ਸੀ। ਬਿਕਰਮੀ ਸੰਮਤ ਕਦੋਂ ਅਤੇ ਕਿਹੜੇ ਬਾਦਸ਼ਾਹ ਦੇ ਨਾਂ ਤੋਂ ਸ਼ੁਰੂ ਹੋਇਆ। ਬਿਕਰਮੀ ਸੰਮਤ ਪਹਿਲੀ ਈਸਵੀ ਸਦੀ ਤੋਂ 56 ਸਾਲ ਪਹਿਲਾਂ ਰਾਜਾ ਬਿਕਰਮਾਜੀਤ ਦੇ ਨਾਂ ਤੋਂ ਸ਼ੁਰੂ ਹੋਇਆ। ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਸਮਝਦੇ ਹਨ। ਕਾਲੀਦਾਸ ਨੂੰ ਹਰ ਜਾਤੀ ਦੇ ਲੋਕ ਆਪਣਾ ਇਸ ਕਰਕੇ ਦੱਸਦੇ ਹਨ ਕਿਉਂਕਿ ਉਹ ਇੱਕ ਮਹਾਨ ਕਵੀ ਸੀ। ਇਸ ਕਾਰਨ ਹੀ ਕੋਈ ਉਸ ਨੂੰ ਕਸ਼ਮੀਰੀ, ਕੋਈ ਬੰਗਾਲੀ ਅਤੇ ਕੋਈ ਪੰਜਾਬੀ ਸਮਝਦਾ ਹੈ। ਕਵੀ ਕਾਲੀਦਾਸ ਆਪਣੀ ਸੁੰਦਰ ਰਚਨਾ ਕਾਰਨ ਹੀ ਸਭ ਨੂੰ ਚੰਗਾ ਲੱਗਦਾ ਹੈ ਅਤੇ ਸਭ ਦੀ ਖਿੱਚ ਦਾ ਕਾਰਨ ਬਣਿਆ ਹੋਇਆ ਹੈ। ਮਹਾਕਵੀ ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਬਾਰੇ ਸੰਖੇਪ ਵਿੱਚ ਲਿਖੋ। ਮਹਾਕਵੀ ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਹੇਠ ਲਿਖੇ ਅਨੁਸਾਰ ਹਨ। 4 ਕਾਵਿ ਨੇ ਬੱਚਿਓ, ਮਤਲਬ ਕਵਿਤਾ ਦੇ ਵੱਡੇ ਵੱਡੇ ਮਹਾਕਾਵ, ਛੋਟੀ ਕਵਿਤਾ ਹੁੰਦੀ ਨਾ, ਵੱਡੇ ਵੱਡੇ ਕਵਿਤਾ ਦੇ ਭਾਗ। ਰਘੁਵੰਸ਼, ਕੁਮਾਰ ਸੰਭਵ, ਰੀਤੂ ਸੰਹਾਰ, ਮੇਘਦੂਤ। ਰਘੁਵੰਸ਼, ਕੁਮਾਰ ਸੰਭਵ, ਰੀਤੂ ਸੰਹਾਰ, ਮੇਘਦੂਤ। ਰਘੁਵੰਸ਼, ਕੁਮਾਰ ਸੰਭਵ, ਰੀਤੂ ਸੰਹਾਰ, ਮੇਘਦੂਤ। ਫਿਰ ਨਾਟਕ 3 ਨੇ, 4 ਕਾਵਿ ਸੀ ਬੱਚਿਓ, 3 ਨਾਟਕ। ਅਭਿਗਿਆਨ ਸ਼ਕੁੰਤਲਾ, ਵਿਕਰਮੋਰਵਸ਼ੀ, ਮਾਲ ਵਿਕਾਗ ਨਿਮ੍ਰਿਤ। ਹੁਣ ਤੁਸੀਂ ਇਹਨਾਂ ਨੂੰ ਯਾਦ ਕਿਵੇਂ ਕਰੋਗੇ। ਅਭਿਗਿਆਨ ਸ਼ਕੁੰਤਲਾ, ਇਹ ਤਾਂ ਸੌਖਾ ਹੀ ਆ। ਵਿਕਰ ਮੋਰ ਵਸ਼ੀ, ਇਸ ਤਰ੍ਹਾਂ ਕਰ ਸਕਦੇ। ਵਿਕਰ ਮੋਰ ਵਸ਼ੀ, ਵਿਕਰ ਮੋਰ ਵਸ਼ੀ, ਠੀਕ ਹੈ। ਅੱਗੇ ਆ ਕੇ 2-2 ਕਰਕੇ ਯਾਦ ਕਰ ਲਿਆ ਕਰੋ ਅਗਰ ਨਹੀਂ ਹੁੰਦਾ ਵਿੱਚ। ਮਾਲ ਵਿਕਾਗ ਨਿਮ੍ਰਿਤ, ਮਾਲ ਵਿਕਾਗ ਨਿਮ੍ਰਿਤ, ਠੀਕ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਪੁਸਤਕਾਂ ਕਾਲੀਦਾਸ ਦੇ ਨਾਮ ਨਾਲ ਜੋੜੀਆਂ ਜਾਂਦੀਆਂ ਹਨ ਜੋ ਕਿ ਪ੍ਰਮਾਣਿਕ ਨਹੀਂ ਹਨ। ਪੱਕਾ ਨਹੀਂ ਮਤਲਬ ਆਪਾਂ ਕਹਿ ਸਕਦੇ, ਇਹਨਾਂ ਨੂੰ ਪੱਕੇ ਤੌਰ 'ਤੇ ਆਪਾਂ ਕਹਿ ਸਕਦੇ ਹਾਂ। ਫਿਰ ਆ ਗਿਆ ਕਵੀ ਨੇ ਮੇਘਦੂਤ ਰਚਨਾ ਵਿੱਚ ਮੇਘ ਨੂੰ ਕੀ ਤਾਕੀਦ ਕੀਤੀ ਸੀ। ਮੇਘਦੂਤ ਇੱਕ ਨਿੱਕਾ ਜਿਹਾ ਕਾਵਿ ਹੈ। ਇਸ ਵਿੱਚ ਲਿਖਿਆ ਹੈ ਕਿ ਯਕਸ਼ ਆਪਣੀ ਪ੍ਰੀਤਮਾ ਪਾਸ ਮੇਘ ਨੂੰ ਦੂਤ ਬਣਾ ਕੇ ਸੰਦੇਸ਼ ਦੇਣ ਲਈ ਭੇਜਦਾ ਹੈ। ਕਵੀ ਕਾਲੀਦਾਸ ਨੂੰ ਆਪਣੀ ਕਲਪਨਾ ਰਾਹੀਂ ਵਰਣਨ ਕੀਤਾ ਗਿਆ ਹੈ ਕਿ ਯਕਸ਼ ਦੇ ਸੰਦੇਸ਼ ਮਿਲ ਕੇ ਆਪਣੀ ਪਤਨੀ ਜੋ ਕਿ ਅਲਕਾਪੁਰੀ ਰਹਿੰਦੀ ਹੈ ਵੱਲ ਮੇਘ ਨੂੰ ਉਸ ਵੱਲ ਤੋਰਿਆ ਅਤੇ ਤਾਕੀਦ ਕੀਤੀ ਕਿ ਤੂੰ ਕਿਤੇ ਠਹਿਰਨਾ ਨਹੀਂ, ਤੂੰ ਜਾਂਦਾ ਹੋਇਆ ਨਦੀਆਂ ਤੋਂ ਪਾਣੀ ਪੀਂਦਾ ਹੋਇਆ ਉਸ ਦੇਸ਼ ਜ਼ਰੂਰ ਪਹੁੰਚਣਾ ਹੈ। ਮੇਰੀ ਪ੍ਰੀਤਮਾ ਤੇਰੇ ਸੰਦੇਸ਼ ਨੂੰ ਉਡੀਕ ਰਹੀ ਹੈ। ਮੇਘ ਬੱਚੋਂ ਆਪਾਂ ਬੱਦਲ ਨੂੰ ਵੀ ਕਹਿ ਦਿੰਦੇ ਹਾਂ ਨਾ। ਸ਼ਕੁੰਤਲਾ ਕੌਣ ਸੀ, ਉਸ ਦਾ ਦੁਸ਼ਯੰਤ ਨਾਲ ਦੁਬਾਰਾ ਮਿਲਾਪ ਕਿਵੇਂ ਹੋਇਆ। ਸ਼ਕੁੰਤਲਾ ਇੱਕ ਰਿਸ਼ੀ ਦੀ ਧੀ ਸੀ। ਸ਼ਕੁੰਤਲਾ ਮਤਲਬ ਜਿਹੜਾ ਨਾਟਕ ਲਿਖਿਆ ਸੀ ਕਾਲੀਦਾਸ ਜੀ ਨੇ। ਉਹ ਦੁਸ਼ਯੰਤ ਦੀ ਦਿੱਤੀ ਹੋਈ ਪਿਆਰ ਨਿਸ਼ਾਨੀ ਮੁੰਦਰੀ ਪਾਣੀ ਪੀਣ ਲੱਗਿਆ ਗਵਾ ਦਿੰਦੀ ਹੈ। ਮਤਲਬ ਭੁੱਲ ਗਿਆ ਸੀ ਦੁਸ਼ਯੰਤ ਸ਼ਰਾਪ ਦੇ ਕਾਰਨ, ਜਿਸ ਨੂੰ ਮੱਛੀ ਨਿਕਲ ਜਾਂਦੀ ਹੈ। ਇੱਕ ਮਛੇਰਾ ਉਸ ਮੱਛੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੈ ਜਾਂਦਾ ਹੈ
ਅਤੇ ਉਹ ਮੁੰਦਰੀ ਦੁਸ਼ਯੰਤ ਤੱਕ ਪਹੁੰਚ ਜਾਂਦੀ ਹੈ। ਮੁੰਦਰੀ ਵੱਲ ਵੇਖਦਿਆਂ ਹੀ ਦੁਸ਼ਯੰਤ ਨੂੰ ਸਭ ਕੁਝ ਯਾਦ ਆ ਜਾਂਦਾ ਹੈ ਤੇ ਉਹ ਸ਼ਕੁੰਤਲਾ ਨੂੰ ਮੁੜ ਹਾਸਲ ਕਰ ਲੈਂਦਾ ਹੈ। ਅਨਾਮਿਕਾ ਤੋਂ ਕੀ ਭਾਵ ਹੈ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ? ਅਨਾਮਿਕਾ ਤੋਂ ਭਾਵ ਉਸ ਦਾ ਕੋਈ ਨਾਂ ਥਾਂ ਨਹੀਂ, ਜਾਂ ਇੰਜ ਕਹੋ ਕਿ ਉਹ ਹੈ ਹੀ ਨਹੀਂ। ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗਿਆਂ ਚੀਚੀ ਤੇ ਕਾਲੀਦਾਸ ਦਾ ਨਾਮ ਗਿਣਿਆ ਤਾਂ ਉਸ ਤੋਂ ਬਾਅਦ ਅਜਿਹਾ ਹੋਰ ਕਵੀ ਨਹੀਂ ਹੋਇਆ। ਇਸ ਲਈ ਚੀਚੀ ਤੋਂ ਅਗਲੀ ਉਂਗਲੀ ਦਾ ਨਾਂ ਅਨਾਮਿਕਾ ਸਾਰਥਕ ਹੋ ਗਿਆ, ਕਿਉਂਕਿ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਨਹੀਂ ਸੀ। ਪੂਰਬ ਅਤੇ ਪੱਛਮ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ? ਪੂਰਬ ਵਾਲੇ ਕਿਸੇ ਕਵਿਤਾ ਦਾ ਸਭ ਤੋਂ ਵੱਡਾ ਤੇ ਉੱਚਾ ਮਿਆਰ ਦੱਸਣ ਲਈ ਕਾਲੀਦਾਸ ਦਾ ਨਾਮ ਲੈਂਦੇ ਹਨ। ਦੂਜੇ ਪਾਸੇ ਪੱਛਮ ਵਾਲੇ ਕਾਲੀਦਾਸ ਨੂੰ ਹਿੰਦੁਸਤਾਨ ਦਾ ਸ਼ੇਕਸਪੀਅਰ ਆਖ ਕੇ ਸਤਿਕਾਰਦੇ ਹਨ। ਬੱਚਿਓ, ਇਹ ਸਨ ਇਹਨਾਂ ਦੇ ਪ੍ਰਸ਼ਨ ਉੱਤਰ। ਤੇ ਹੁਣ ਆਪਾਂ ਵਾਰਤਕ ਦੀ ਦੁਹਰਾਈ ਲਈ ਕੁਝ ਛੋਟੇ ਪ੍ਰਸ਼ਨ ਉੱਤਰ ਕਰ ਲੈਣੇ, ਬਹੁਤ ਸੰਖੇਪ। ਮਹਾਕਵੀ ਕਾਲੀਦਾਸ ਪਾਠ ਕਿਸ ਨੇ ਲਿਖਿਆ ਹੈ? ਸਰਦਾਰ ਪਿਆਰਾ ਸਿੰਘ ਪਦਮ ਜੀ ਨੇ। ਠੀਕ ਹੈ ਬੱਚਿਓ। ਉਸ ਤੋਂ ਬਾਅਦ ਕਾਲੀਦਾਸ ਦਾ ਜਨਮ ਸਥਾਨ, ਜਾਤ ਆਦਿ ਬਾਰੇ ਕੀ ਜਾਣਕਾਰੀ ਮਿਲਦੀ ਹੈ? ਇਸ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲਦੀ। ਜੋ ਕੁਝ ਪ੍ਰਾਪਤ ਹੋਇਆ ਉਸ ਤੋਂ ਕੀ ਪਤਾ ਲੱਗਦਾ ਹੈ? ਉਹ ਵਿਕਰਮਾਦਿੱਤਿਆ ਜਾਂ ਵਿਕਰਮਾਜੀਤ ਬਾਦਸ਼ਾਹ ਦਾ ਦਰਬਾਰੀ ਰਤਨ ਸੀ। ਕਾਲੀਦਾਸ ਨੇ ਕਿੰਨੀਆਂ ਕਿਤਾਬਾਂ ਲਿਖੀਆਂ? 4। ਕਾਲੀਦਾਸ ਨੇ ਕਿੰਨੀਆਂ ਕਵਿਤਾਵਾਂ ਦੀਆਂ ਪੁਸਤਕਾਂ ਲਿਖੀਆਂ ਬੱਚਿਓ? 4। ਨਾਟਕ 3। ਉਸਨੇ ਨਾਟਕ ਸੁਖਾਂਤ ਜਾਂ ਦੁਖਾਂਤ ਦਿਖਾਏ ਬੱਚਿਓ? ਸੁਖਾਂਤ ਮਤਲਬ ਜਿਨ੍ਹਾਂ ਦਾ ਅੰਤ ਸੁਖਾਂਤਕ ਹੁੰਦਾ ਹੈ ਨਾ। 7 ਪੁਸਤਕਾਂ ਦਾ ਮਤਲਬ ਆਪਣੇ ਕੋਲ ਜ਼ਿਕਰ ਹੈ ਇਹਨਾਂ ਦਾ। ਕਾਲੀਦਾਸ ਨੇ ਕੁੱਲ ਕਿੰਨੀਆਂ ਪੁਸਤਕਾਂ ਦੀ ਰਚਨਾ ਕੀਤੀ? 7 ਬੱਚਿਓ। 4 ਕਵਿਤਾ, 3 ਨਾਟਕ। ਪੂਰਬ ਦੇ ਲੋਕ ਕਾਲੀਦਾਸ ਨੂੰ ਕੀ ਮੰਨਦੇ ਹਨ? ਇੱਕ ਉੱਚ ਕੋਟੀ ਦਾ ਲਿਖਾਰੀ, ਮਤਲਬ ਬਹੁਤ ਵਧੀਆ। ਪੱਛਮ ਦੇ ਲੋਕ ਕੀ ਸਮਝਦੇ ਨੇ? ਸ਼ੇਕਸਪੀਅਰ। ਠੀਕ ਹੈ। ਉਹਨਾਂ ਦੇ ਨਾਂ ਹੋਰ ਕਿੰਨੀਆਂ ਪੁਸਤਕਾਂ ਦਾ ਸੰਬੰਧ ਜੋੜਿਆ ਜਾਂਦਾ ਹੈ? ਲਗਭਗ 15। ਕੀ ਇਹਨਾਂ ਪੁਸਤਕਾਂ ਬਾਰੇ ਕੋਈ ਸਬੂਤ ਹੈ ਕਿ ਕਾਲੀਦਾਸ ਨੇ ਲਿਖੀਆਂ ਹਨ? ਨਹੀਂ ਬੱਚਿਓ। ਪੱਕੇ ਸਬੂਤ ਸਿਰਫ 7 ਪੁਸਤਕਾਂ ਦੇ ਨੇ। 4 ਕਵਿਤਾਵਾਂ ਦੇ ਮਹਾਕਾਵਿ, ਹੈ ਨਾ। ਕਵਿਤਾ ਇਹ ਨਹੀਂ ਬੱਚਿਓ ਇੱਕ ਛੋਟੀ ਜਿਹੀ ਕਵਿਤਾ, ਮਹਾਕਾਵਿ, ਵੱਡੀਆਂ ਵੱਡੀਆਂ ਕਿਤਾਬਾਂ, ਮੋਟੀਆਂ ਮੋਟੀਆਂ। ਠੀਕ ਹੈ। ਤੇ 3 ਨਾਟਕ। ਸੋ ਬੱਚਿਓ, ਇਹ ਸੀ ਜਾਣਕਾਰੀ ਮਹਾਕਵੀ ਕਾਲੀਦਾਸ ਜੀ ਬਾਰੇ। ਉਮੀਦ ਹੈ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਬੱਚਿਓ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।